दोस्तों पंजाबी ट्रिब्यून के रोजाना प्रोग्राम वेले की गल विच तुहाडा स्वागत है। मैं आतिश गुप्ता तुहाडे सामने हाजिर हाँ ते अज असीं गल करांगे श्रोमणी कमेटी चोणां 42 का आंकड़ा बनेगा चुनौती। साडे नाल इस बारे गलबात करने लई विशेष तौर पर हाजिर ने साडे सीनियर पत्रकार श्री चरणजीत भुल्लर साहब। भुल्लर साहब तुहाडा बहुत स्वागत है जी। मेहरबानी। चरणजीत जी, पिछले कुछ दिनों तो श्रोमणी गुरुद्वारा प्रबंधक कमेटी की चोणां नूं लैके सिर्फ पंजाबियों की नहीं बल्कि दुनिया भर के पंजाबियों की ਜਿਹੜੀ ਨਜ਼ਰਾਂ ਨੇ ਉਹ ਇਸ ਤੇ ਟਿਕੀਆਂ ਹੋਈਆਂ ਸੀ ਤੇ ਗੱਲ ਕਰੀਏ ਇਹਨਾਂ ਚੋਣਾਂ ਦੇ ਨਤੀਜੇ ਅੱਜ ਆ ਚੁੱਕੇ ਨੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਲਗਾਤਾਰ ਦੂਜੀ ਵਾਰ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਤੇ ਬੀਬੀ ਜਗੀਰ ਕੌਰ ਜਿਹੜੇ ਨੇ ਇਸ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਸੀਂ ਜਾਣਨਾ ਚਾਹਾਂਗੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਜਿਹੜੇ ਇਹ ਨਤੀਜੇ ਆਏ ਨੇ ਇਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਦੇਖਦੇ? ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਪ੍ਰਧਾਨਗੀ ਦੀ ਚੋਣ ਸੀ ਉਹਦੇ ਲਈ ਅੱਜ ਜਨਰਲ ਇਜਲਾਸ ਹੈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤਕਰੀਬਨ 1 ਵਜੇ ਸ਼ੁਰੂ ਹੋਇਆ ਸੀ ਤੇ 3:15 ਵਜੇ ਦੇ ਕਰੀਬ ਸਾਰੇ ਜਿਹੜੇ ਪ੍ਰਧਾਨਗੀ ਔਰ ਉਹਨਾਂ ਦੀ ਐਗਜ਼ੈਕਟਿਵ ਹੈ ਜਿਹੜੀ ਉਹਦੇ ਨਤੀਜੇ ਸਾਹਮਣੇ ਆ ਗਏ ਸੀ ਜੀ। ਖਾਸ ਤੌਰ ਤੇ ਇਸ ਵਾਰ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਕੱਲੀਆਂ ਸਿੱਖ ਸੰਗਤਾਂ ਦੇ ਵਿੱਚ ਨਹੀਂ ਬਲਕਿ ਸਮੁੱਚੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਹੈ ਉਹਨਾਂ ਦੀਆਂ ਜਿਹੜੀਆਂ ਨਜ਼ਰਾਂ ਇਸ ਚੋਣ ਤੇ ਲੱਗੀਆਂ ਹੋਈਆਂ ਸੀ ਜੀ, ਕਿਉਂਕਿ ਮੁਕਾਬਲਾ ਵੀ ਬੜਾ ਦਿਲਚਸਪ ਸੀ ਔਰ ਇਸ ਵਾਰ ਜਿਹੜੀ ਬੀਬੀ ਜਗੀਰ ਕੌਰ ਹੈ ਉਹ ਵਿਰੋਧੀ ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਧਾਨਗੀ ਦੀ ਚੋਣ ਹੈ ਉਹ ਲੜ ਰਹੀ ਸੀ ਜੀ। ਆਤਿਸ਼ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਤਕਰੀਬਨ 20 ਸਾਲ ਪਹਿਲਾਂ ਸਾਨੂੰ ਦੇਖਣ ਨੂੰ ਮਿਲਿਆ ਸੀਗਾ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਔਰ ਸ਼੍ਰੋਮਣੀ ਕਮੇਟੀ ਦੀ ਇਸ ਤਰ੍ਹਾਂ ਨਵੰਬਰ ਦੇ ਮਹੀਨੇ ਦੇ ਵਿੱਚ ਪ੍ਰਧਾਨਗੀ ਦੀ ਚੋਣ ਸੀਗੇ ਜੀ ਬਿਲਕੁਲ। ਤੇ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਨੇ ਅਗਵਾਈ ਕੀਤੀ ਸੀ ਤੇ ਉਹਨਾਂ ਨੂੰ ਇਹ ਖੌਫ ਸੀ ਜਾਂ ਡਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜਿਹੜੀ ਹਕੂਮਤ ਹੈ ਤਤਕਾਲੀ ਉਹ ਭਰਮਾ ਸਕਦੀ ਹੈ, ਡਰਾ ਸਕਦੀ ਹੈ, ਖਰੀਦ ਸਕਦੀ ਹੈ ਜੀ। ਇਸੇ ਕਰਕੇ ਉਹਨਾਂ ਨੇ 2002 ਦੇ ਵਿੱਚ ਕਾਫੀ ਸਮਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇੱਕ ਵੱਡੀ ਟੀਮ ਨੂੰ ਆਪਣੇ ਜਿਹੜਾ ਬਾਲਾਸਰ ਫਾਰਮ ਹਾਊਸ ਹੈ ਹਰਿਆਣੇ ਦੇ ਵਿੱਚ ਉੱਥੇ ਰੱਖਿਆ ਸੀ ਤੇ ਚੋਣ ਵਾਲੇ ਦਿਨ ਉਹ 103 ਮੈਂਬਰਾਂ ਦੀ ਟੀਮ ਨਾਲ ਅੰਮ੍ਰਿਤਸਰ ਜਿਹੜੇ ਉਹ ਆਏ ਸੀਗੇ ਜੀ। ਉਦੋਂ ਵੀ ਦੇਸ਼ ਵਿਦੇਸ਼ ਦੇ ਮੀਡੀਆ ਦੀ ਨਜ਼ਰ ਹੈ ਜਿਹੜੀ ਇਸ ਚੋਣ ਤੇ ਲੱਗੀ ਹੋਈ ਸੀ। ਠੀਕ ਉਸੇ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਬਣਿਆ ਹੋਇਆ ਸੀ ਜੀ। ਸੋ ਅੱਜ ਉਹਦੇ ਚੋਣ ਨਤੀਜੇ ਆ ਗਏ ਨੇ ਔਰ ਕਿਸੇ ਨੂੰ ਖੁਸ਼ੀ ਦੇਣ ਵਾਲੇ ਵੀ ਹੋ ਸਕਦੇ ਹੈ, ਕਿਸੇ ਨੂੰ ਉਦਾਸ ਕਰਨ ਵਾਲੇ ਵੀ ਹੋ ਸਕਦੇ ਨੇ ਜੀ। ਪਰ ਜਿਹੜੇ ਸਿਆਸੀ ਹਲਕਿਆਂ ਦੇ ਵਿੱਚ ਚਰਚੇ ਹੈ ਉਹਦੇ ਵਿੱਚ ਇਹ ਪਹਿਲੀ ਆਪਣੀ ਕਿਸਮ ਦੇ ਚੋਣ ਨਤੀਜੇ ਨੇ ਜਿਹਦੇ ਵਿੱਚ ਜਿੱਤਣ ਵਾਲੇ ਵੀ ਖੁਸ਼ ਨੇ, ਜਿਹਦੇ ਵਿੱਚ ਹਾਰਨ ਵਾਲੇ ਵੀ ਖੁਸ਼ ਨੇ ਜੀ। ਸ਼੍ਰੋਮਣੀ ਅਕਾਲੀ ਦਲ ਵੱਲ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਜਿਹੜਾ ਇਹ ਚੋਣ ਦਾ ਨਤੀਜਾ ਹੈ ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ ਹੈ ਜੀ, ਉਹ ਖੁਸ਼ੀ ਦੇਣ ਵਾਲਾ ਘੱਟ ਹੈ, ਧਰਵਾਸਾ ਦੇਣ ਵਾਲਾ ਮੈਨੂੰ ਲੱਗਦਾ ਹੈ ਉਹ ਜ਼ਿਆਦਾ ਦੇਖਿਆ ਜਾ ਸਕਦਾ ਹੈ ਜੀ। ਅੱਜ ਟੋਟਲ 157 ਮੈਂਬਰਾਂ ਦੀ ਚੋਣ ਹੋਈ, ਬੁਲਾਏ ਗਏ ਸੀ SGPC ਮੈਂਬਰ ਜਿਨ੍ਹਾਂ ਦੇ ਵਿੱਚੋਂ 11 ਮੈਂਬਰਾਂ ਨੇ ਜਿਹੜੀ ਵੋਟ ਹੈ ਉਹ ਪੋਲ ਨਹੀਂ ਕੀਤੀ। 146 ਵੋਟਾਂ ਟੋਟਲ ਭੁਗਤੀਆਂ ਨੇ ਜੀ, ਜਿਹਦੇ ਵਿੱਚੋਂ 104 ਵੋਟਾਂ ਜਿਹੜੀਆਂ ਉਹ ਹਰਜਿੰਦਰ ਸਿੰਘ ਧਾਮੀ ਨੂੰ ਮਿਲੀਆਂ ਨੇ ਔਰ 42 ਵੋਟਾਂ ਬੀਬੀ ਜਗੀਰ ਕੌਰ ਨੂੰ ਪ੍ਰਾਪਤ ਹੋਈਆਂ ਨੇ ਜੀ। ਇਹ ਅੱਜ ਦੇ ਜਿਹੜੇ ਚੋਣ ਨਤੀਜਾ ਹੈ ਪ੍ਰਧਾਨਗੀ ਦੀ ਚੋਣ ਦਾ। ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਜੇ ਅਸੀਂ ਆਪਣੇ ਨਜ਼ਰੀਏ ਨਾਲ ਇਸ ਨੂੰ ਦੇਖਣਾ ਹੋਵੇ ਤਾਂ ਸਾਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਇਸ ਚੋਣ ਦੇ ਵਿੱਚ ਜੇ ਸਭ ਤੋਂ ਵੱਡੀ ਜਿੱਤ ਹੋਈ ਹੈ ਉਹ ਹੋਈ ਹੈ ਜਮਹੂਰੀਅਤ ਦੀ ਜਿੱਤ ਹੋਈ ਹੈ ਜੀ। ਕਿਉਂਕਿ ਪਿਛਲੇ ਟਾਈਮ ਤੋਂ 99 ਤੋਂ ਇਹ ਰੌਲਾ ਪੈ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹਦਾ ਜਿਹੜਾ ਪ੍ਰਧਾਨ ਹੁੰਦਾ ਉਹ ਇੱਕ ਲਿਫਾਫਾ ਭੇਜਦਾ ਚੋਣ ਤੋਂ ਪਹਿਲਾਂ ਔਰ ਉਸ ਲਿਫਾਫੇ ਦੇ ਵਿੱਚੋਂ ਹੀ ਪ੍ਰਧਾਨ ਹੈ ਜਿਹੜਾ ਨਿਕਲਦਾ ਹੈ ਜੀ। ਇਸ ਤਰ੍ਹਾਂ ਜਿਹੜੀ ਬੀਬੀ ਜਗੀਰ ਕੌਰ ਹੈ ਇਹ ਵੀ ਖੁਦ ਮੰਨਦੀ ਹੈ ਇਸ ਗੱਲ ਨੂੰ ਕਿ ਮੈਂ ਵੀ 4 ਵਾਰ ਇਸੇ ਲਿਫਾਫੇ ਦੇ ਵਿੱਚੋਂ ਨਿਕਲੀ ਸੀ। ਤਾਂ ਇਹਦੇ ਵਿੱਚ ਪਹਿਲੀ ਵਾਰ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਇਹਦੀ ਚੋਣ ਹੋਈ ਹੈ ਜਿਹਦੇ ਵਿੱਚ ਬਕਾਇਦਾ ਕੈਂਡੀਡੇਟ ਐਲਾਨ ਕੀਤਾ ਗਿਆ ਸੀਗਾ ਆਪਣਾ
ਇਹਦਾ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ, ਜੀ। ਬੀਬੀ ਜਗੀਰ ਕੌਰ ਉਹਨਾਂ ਦੇ ਅਗੇਂਸਟ ਖੜੀ ਹੋਈ ਸੀ, ਬਕਾਇਦਾ VOTING ਹੋਈ ਹੈ। ਇਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਮੌਕੇ ਤੇ ਐਲਾਨ ਕਰ ਦਿੱਤਾ ਜਾਂਦਾ ਸੀਗਾ ਤੇ ਉਸ ਐਲਾਨ ਦੇ ਆਧਾਰ ਤੇ ਚੋਣ ਹੋ ਜਾਂਦੀ ਸੀ, ਨਾ ਕਦੇ ਕੋਈ ਇਸ ਕਿਸਮ ਦੀ ਬਗਾਵਤ ਸੀ। ਜਿਹੜੇ ਵਿਰੋਧੀ ਧੜੇ ਸੀ ਉਹ ਇਕੱਠੇ ਹੋ ਕੇ ਆਪਣਾ ਕੈਂਡੀਡੇਟ ਆ ਜਿਹੜਾ ਖੜਾ ਵੀ ਕਰਦੇ ਰਹੇ ਨੇ ਜੀ। ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਗੱਲੋਂ ਖੁਸ਼ ਹੈ ਜਾਂ ਇਸ ਗੱਲ ਦੇ ਦਾਅਵੇ ਕਰ ਰਿਹਾ ਹੈਗਾ ਕਿ ਉਹਨਾਂ ਨੇ ਇਸ ਚੋਣ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਨਹੀਂ ਹਰਾਇਆ, ਬਲਕਿ ਉਹਨਾਂ ਨੇ 3 ਸਰਕਾਰਾਂ ਨੂੰ ਡਿਫੀਟ ਕੀਤਾ ਹੈ ਔਰ ਪੰਥਕ ਧਿਰ ਦੀ ਇੱਕ ਵੱਡੀ ਜਿਹੜੀ ਜਿੱਤ ਹੈ। ਜਿਹੜੇ ਦੂਸਰੇ ਗੈਰ ਪੰਥਕ ਲੋਕ ਸੀ ਜਿਹੜੇ ਇਸ ਚੋਣ ਦੇ ਵਿੱਚ ਦਖਲਅੰਦਾਜ਼ੀ ਕਰਦੇ ਸੀ, ਜੀ। ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਕਾਲੀ ਦਲ ਅੱਜ ਦੀ ਜਿੱਤ ਤੋਂ ਜਿਹੜਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈਗਾ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਇਹਦੇ ਨਾਲ ਜੇ ਚੋਣ ਨਾਲ ਹੀ ਸਾਡੀ ਗੱਲ ਹੈ ਜਿਹੜੀ ਖਤਮ ਨਹੀਂ ਹੁੰਦੀ। ਜਿਹੜੇ ਨਾਰਾਜ਼ ਲੋਕ ਹੈ ਅਕਾਲੀ ਦਲ ਤੋਂ, ਹੁਣ ਅਸੀਂ ਉਹਨਾਂ ਨੂੰ ਮਨਾਉਣ ਦਾ ਕੰਮ ਵੀ ਹੈ ਜਿਹੜਾ ਉਹ ਸ਼ੁਰੂਆਤ ਉਹਦੀ ਕਰਾਂਗੇ। ਜੀ। ਅੱਜ ਦੀ ਚੋਣ ਦੇ ਵਿੱਚ ਬੀਬੀ ਜਗੀਰ ਕੌਰ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਧੱਕੇਸ਼ਾਹੀ ਦੀ ਜਿੱਤ ਹੋਈ ਹੈ, ਪਰ ਉਹਨੇ ਕਿਹਾ ਕਿ ਇਹ ਸਾਡੀ ਹਜੇ ਸ਼ੁਰੂਆਤ ਹੈ ਜੀ। ਤੇ ਉਹਨੇ ਅਗਲੀਆਂ ਚੋਣਾਂ ਤੇ ਜਿਹੜੀ ਨਜ਼ਰ ਲਾਈ ਹੋਈ ਹੈ। ਅੱਜ ਦੀ ਚੋਣ ਹੋਣ ਤੋਂ ਪਹਿਲਾਂ ਅਲੱਗ-ਅਲੱਗ ਦਾਅਵੇ ਸੀਗੇ। ਵਿਰਸਾ ਸਿੰਘ ਬਲਟੋਹਾ ਆਖ ਰਹੇ ਸੀ ਕਿ 25 ਤੋਂ ਵੱਧ ਜਿਹੜੀਆਂ ਵੋਟਾਂ ਨਹੀਂ ਪੈਣੀਆਂ ਬੀਬੀ ਜਗੀਰ ਕੌਰ ਨੂੰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਕਹਿ ਰਹੇ ਸੀ ਕਿ ਇਹਨਾਂ ਦੇ ਪੱਲੇ 15-20 ਵੋਟਾਂ ਨੇ, ਪਰ ਅੱਜ ਜਿਹੜੀਆਂ 42 ਵੋਟਾਂ ਮਿਲੀਆਂ ਨੇ ਉਹ ਤੋਂ ਅਕਾਲੀ ਦਲ ਜ਼ਰੂਰ ਅੰਦਰੋਂ ਅੰਦਰ ਚਿੰਤਤ ਹੋਏਗਾ। ਇਹ ਠੀਕ ਹੈ, ਜਿੱਤ ਦੀ ਇੱਕ ਖੁਸ਼ੀ ਤਾਂ ਹੁੰਦੀ ਹੈ, ਉਹਨਾਂ ਦੇ ਵਰਕਰਾਂ ਨੂੰ ਇੱਕ ਜਿਹੜਾ ਸਾਈਕੋਲੋਜੀਕਲੀ ਬੂਸਟ ਹੈ ਉਹ ਤਾਂ ਮਿਲਦਾ ਹੈਗਾ ਜੀ। ਦੂਸਰੀ ਗੱਲ ਜਿਹੜੀ ਅੱਜ ਆਤਿਸ਼ ਦੇਖਣ ਨੂੰ ਇਹ ਵੀ ਮਿਲੀ ਹੈਗੀ ਹੈ ਕਿ ਐਗਜ਼ੈਕਟਿਵ ਜਿਹੜੀ ਚੁਣੀ ਗਈ ਹੈ 11 ਮੈਂਬਰੀ, ਉਹਦੇ ਵਿੱਚ ਨਾਰਮਲੀ ਇਹ ਕਿਹਾ ਜਾਂਦਾ ਕਿ 15 ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਿੱਛੇ ਇੱਕ ਹੈ ਜਿਹੜਾ ਐਗਜ਼ੈਕਟਿਵ ਦਾ ਮੈਂਬਰ ਬਣਦਾ ਹੈਗਾ ਜੀ। ਹੁਣ 42 ਵੋਟਾਂ ਹਾਸਲ ਕੀਤੀਆਂ ਬੀਬੀ ਜਗੀਰ ਕੌਰ ਨੇ, ਤਾਂ ਉਹਦੇ ਅੰਦਰ ਇੱਕ ਵਾਰੀ ਰਫੜ ਵੀ ਪਿਆ। ਉਸ ਟਾਈਮ ਗੱਲ ਚੱਲੀ ਕਿ 2 ਮੈਂਬਰ ਹੈ ਜਿਹੜੇ ਬੀਬੀ ਜਗੀਰ ਕੌਰ ਦੇ ਲਏ ਜਾਣਗੇ, ਉਹਦੇ ਧੜੇ ਦੇ ਲਏ ਜਾਣਗੇ, ਪਰ ਉੱਥੇ ਰੌਲਾ ਪੈਣ ਤੋਂ ਬਾਅਦ ਇਸ ਗੱਲ ਦੀ ਸਹਿਮਤੀ ਬਣ ਗਈ ਕਿ ਉਹਨਾਂ ਦੇ 3 ਮੈਂਬਰ ਹੈ ਜਿਹੜੇ ਇਸ ਐਗਜ਼ੈਕਟਿਵ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਜੀ। ਹੁਣ ਐਗਜ਼ੈਕਟਿਵ ਤੋਂ ਬਾਅਦ ਬਾਹਰੋਂ ਸਾਨੂੰ ਦੇਖਣ ਨੂੰ ਲੱਗਦਾ ਕਿ ਸਭ ਕੁਝ ਠੀਕ ਠਾਕ ਹੋ ਗਿਆ। ਇੱਕ ਉਹਦੇ ਵਿੱਚ ਗੱਲ ਇਹ ਨਵੀਂ ਸਾਹਮਣੇ ਆ ਰਹੀ ਹੈ ਆਤਿਸ਼ ਕਿ ਜਿਹੜੇ ਨਵੇਂ ਮੈਂਬਰ ਲਏ ਗਏ ਨੇ ਐਗਜ਼ੈਕਟਿਵ ਦੇ ਵਿੱਚ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜਾਣ ਲੱਗਿਆ ਹੈਗਾ, ਕਿਉਂਕਿ ਜਿਸ ਟਾਈਮ ਅਕਾਲੀ ਦਲ ਨੇ ਸਾਰੇ SGPC ਮੈਂਬਰਾਂ ਨਾਲ ਜੋੜ ਤੋੜ ਕੀਤੀ ਹੋਏਗੀ, ਉਹਨਾਂ ਨੂੰ ਵੀ ਤਰ੍ਹਾਂ ਦੇ ਲਾਲਚ ਹੈ ਜਿਹੜੇ ਦਿੱਤੇ ਹੋਣਗੇ ਕਿ ਤੁਹਾਨੂੰ ਐਗਜ਼ੈਕਟਿਵ ਦੇ ਵਿੱਚ ਜਗ੍ਹਾ ਦਿੱਤੀ ਜਾਏਗੀ। ਜੀ ਬਿਲਕੁਲ। ਰਾਮਪੁਰਾ ਫੂਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਰਦਾਰ ਮੇਜਰ ਸਿੰਘ ਢਿੱਲੋਂ, ਜਿਹੜੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਲੰਚ ਦਿੱਤਾ ਸੀ ਪਿੰਡ ਬਾਦਲ ਦੇ ਵਿੱਚ, ਉਹਦੇ ਵਿੱਚ ਵੀ ਉਹ ਸ਼ਾਮਲ ਹੋਏ ਸੀ ਔਰ ਉਹਨਾਂ ਨੇ ਵੋਟ ਵੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਗਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਉਹ ਭੁਗਤੇ ਨੇ। ਕਹਿਣ ਤੋਂ ਭਾਵ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਵੋਟ ਕਾਸਟ ਕੀਤੀ ਹੈ ਜੀ। ਪਰ ਉਹਨਾਂ ਨੇ ਅੱਜ ਚੋਣ ਜਦੋਂ ਇਹ 11 ਮੈਂਬਰੀ ਐਗਜ਼ੈਕਟਿਵ ਬਣੀ, ਉਸ ਤੋਂ ਬਾਅਦ ਅਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ 2 ਗੱਲਾਂ ਬੜੀਆਂ ਪ੍ਰਮੁੱਖਤਾ ਨਾਲ ਉਭਾਰੀਆਂ ਨੇ। ਹਾਲਾਂਕਿ ਉਹ ਸੁਖਬੀਰ ਬਾਦਲ ਦੇ ਨੇੜਲੇ ਸਮਝੇ ਜਾਂਦੇ ਨੇ। ਉਹਨਾਂ ਨੇ ਇਹ ਕਿਹਾ ਕਿ ਇਹ ਐਗਜ਼ੈਕਟਿਵ ਦਾ ਚਿਹਰਾ ਮੂਹਰਾ ਦੇਖ ਕੇ ਲੱਗਦਾ ਹੈ ਕਿ ਇਹਦੇ ਵਿੱਚ ਬੀਬੀਆਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਜੀ। ਜਿਹੜੀ ਪਿਛਲੀ ਐਗਜ਼ੈਕਟਿਵ ਸੀ ਉਹਦੇ ਵਿੱਚ ਇੱਕ ਗੁਰਪ੍ਰੀਤ ਕੌਰ ਨਾਂ ਦੀ ਬੀਬੀ ਨੂੰ ਜਿਹੜੀ ਥਾਂ ਦਿੱਤੀ ਗਈ ਸੀ। ਇਸ ਐਗਜ਼ੈਕਟਿਵ ਦੇ ਵਿੱਚੋਂ ਕਿਸੇ ਵੀ ਮਹਿਲਾ ਨੂੰ ਜਿਹੜੀ ਹੈਗੀ ਹੈ ਉਹ ਪ੍ਰਤੀਨਿਧਤਾ ਨਹੀਂ ਦਿੱਤੀ ਗਈ, ਬੀਬੀਆਂ ਨੂੰ ਟੋਟਲੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਜੀ। ਹਾਲਾਂਕਿ ਚਾਹੀਦਾ ਤਾਂ ਇਹ ਸੀ, ਕਿਆਸ ਇਹ ਕੀਤਾ ਜਾ ਰਿਹਾ ਸੀ ਕਿ ਪਹਿਲਾਂ ਬੀਬੀ ਜਗੀਰ ਕੌਰ ਸੀਗੇ, ਇਹਨਾਂ ਦੇ ਪ੍ਰਧਾਨ ਵੀ ਰਹਿ ਚੁੱਕੇ, ਪਹਿਲੀ ਮਹਿਲਾ ਪ੍ਰਧਾਨ ਸੀਗੀ ਕਿ ਜ਼ਰੂਰ ਕਿਸੇ ਨਾ ਕਿਸੇ ਨੂੰ ਬੀਬੀਆਂ ਨੂੰ ਥਾਂ ਮਿਲੇਗੀ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ, ਪਰ ਉਹਨਾਂ ਨੂੰ ਜਿਹੜਾ ਫਿਰ ਇਸ ਮਸਲੇ 'ਚ ਬੀਬੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਇੱਕ ਤਰੀਕੇ ਦੇ ਨਾਲ। ਦੂਸਰਾ ਮੇਜਰ ਸਿੰਘ ਢਿੱਲੋਂ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਸਾਨੂੰ ਇਹ ਲੱਗਦਾ ਸੀਗਾ ਕਿ ਅਸੀਂ ਇਸ ਕਰਕੇ, ਕਿਉਂਕਿ ਉਹ ਨਿੱਜੀ ਤੌਰ ਤੇ ਬੜੇ ਪ੍ਰਸ਼ੰਸਕ ਨੇ ਐਡਵੋਕੇਟ ਧਾਮੀ ਦੇ, ਉਹ ਕਹਿੰਦੇ ਕਿ ਸਾਨੂੰ ਇਹ ਸੀਗਾ ਕਿ ਵੀ ਬੜੀ ਧਾਰਮਿਕ ਦਿੱਖ ਵਾਲੇ, ਪੰਥਿਕ ਦਿੱਖ ਵਾਲੇ ਜਿਹੜੇ ਹੋਣਗੇ, ਸੱਚੇ ਸੁੱਚੇ ਲੋਕਾਂ ਨੂੰ ਅੱਗੇ ਲਿਆਂਦਾ ਜਾਏਗਾ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਇਹਦੇ ਵਿੱਚ ਐਗਜ਼ੈਕਟਿਵ ਦੇ ਵਿੱਚ ਪਰਟੀਕੂਲਰ ਉਹਨਾਂ ਨੇ ਨਾਂ ਕਿਸੇ ਦਾ ਨਹੀਂ ਲਿਆ ਜੀ, ਉਹਨਾਂ ਲੋਕਾਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਤੇ ਕਿਤੇ ਨਾ ਕਿਤੇ ਜਿਹੜੀ ਉਂਗਲ ਹੈ ਉੱਠਦੀ ਰਹੀ ਹੈ, ਜਾਂ ਉਹ ਪੋਲੀਟੀਕਲੀ ਸੁਚੇਤ ਨੇ ਜਾਂ ਪੋਲੀਟੀਕਲੀ ਜਿਹੜੀ ਸਾਡੀ ਲੀਡਰਸ਼ਿਪ ਉਹਦੇ ਨਾਲ ਜੁੜੇ ਹੋਏ ਨੇ ਜੀ। ਇਸ ਕਿਸਮ ਦੀ ਜਿਹੜੀ ਉਂਗਲ ਹੈ ਉਹ ਅੱਜ ਨਾਲ ਦੀ ਨਾਲ ਉੱਠੀ ਹੈਗੀ ਹੈ। ਬੀਬੀ ਦੀ ਗੱਲ ਕਰੀਏ ਅਸੀਂ ਜਗੀਰ ਕੌਰ ਦੀ, ਉਹ ਇਸ ਗੱਲ ਦੇ ਨੂੰ ਲੈ ਕੇ ਕਾਫੀ ਧਰਵਾਸ ਦੇ ਵਿੱਚ ਨੇ। ਉਹ ਕਹਿੰਦੇ ਨੇ ਕਿ ਮੇਰੀ ਜਿੱਤ ਇਸ ਗੱਲ ਦੀ ਹੋਈ ਹੈ ਕਿ ਮੈਂ ਲਿਫਾਫਾ ਕਲਚਰ ਹੈ ਜਿਹੜਾ ਉਹ ਖਤਮ ਕਰਤਾ, ਜਿਹੜਾ ਪਿਛਲੇ 22-23 ਸਾਲਾਂ ਤੋਂ ਚੱਲ ਰਿਹਾ ਸੀਗਾ ਜੀ। ਤਾਂ 42 ਵੋਟਾਂ ਵੀ ਕੋਈ ਆਤਿਸ਼ ਘੱਟ ਨਹੀਂ ਹੁੰਦੀਆਂ, ਕਿਉਂਕਿ 42 ਦਾ ਜਿਹੜਾ ਅੰਕੜਾ ਹੈ
ਉਹ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਪਰੇਸ਼ਾਨੀ ਦਾ ਜਿਹੜਾ ਅੰਦਰੋਂ ਅੰਦਰੀ ਸਬੱਬ ਵੀ ਬਣ ਰਿਹਾ ਹੈਗਾ ਜੀ। ਕਿਉਂਕਿ ਜਦੋਂ ਦੇਖੀਏ ਕਿ ਬਾਲਾਸਰ ਵਾਲੀ ਜਦੋਂ 2002 ਦੀ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਜੋ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ, ਹਕੂਮਤ ਨੰਗੀ ਚਿੱਟੀ ਹੋ ਕੇ ਲੱਗੀ ਵੀ ਸੀਗੀ, ਜਥੇਦਾਰ ਟੌੜਾ ਦੇ ਪਿੱਛੇ ਖੜੀ ਸੀਗੀ, ਤੇ ਉਦੋਂ ਵੀ ਜਿਹੜਾ ਮਾਰਜਨ ਸੀਗਾ ਉਹ ਸਿਰਫ 23 ਵੋਟਾਂ, ਸੌਰੀ ਮਾਰਜਨ ਮਾਫ ਕਰਨਾ, 23 ਵੋਟਾਂ ਹਾਸਲ ਕੀਤੀਆਂ ਸੀ ਜਿਹੜਾ ਬਾਦਲ ਦਲ ਦੇ ਅਗੇਂਸਟ ਕੈਂਡੀਡੇਟ ਖੜਾ ਸੀਗਾ। ਔਰ ਪਿਛਲੀ 2021 ਦੀ ਚੋਣ ਦੇਖੀਏ ਉਹਦੇ ਵਿੱਚ ਸਿਰਫ 19 ਵੋਟਾਂ ਹਾਸਲ ਕੀਤੀਆਂ ਸੀ ਜਿਹੜਾ ਆਪੋਜੀਸ਼ਨ ਵਾਲਾ ਮਿੱਠੂ ਸਿੰਘ ਕਾਨੇਕ ਸੀ। ਉਸ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਦੋਂ 20 ਵੋਟਾਂ ਹਾਸਲ ਕੀਤੀਆਂ ਸੀ। ਜੇ ਇਸ ਲਿਹਾਜ਼ ਨਾਲ ਦੇਖਣਾ ਹੋਵੇ ਕਿ ਕਿੱਥੇ ਜਦੋਂ ਪੂਰੀ ਹਕੂਮਤ ਝੁਕੀ ਹੋਈ ਲੱਗੀ ਵੀ ਸੀ ਉਦੋਂ ਵੀ 23 ਵੋਟਾਂ ਮਿਲੀਆਂ ਜੀ, ਪਿਛਲੇ ਤੋਂ ਪਿਛਲੇ ਸਾਲ ਇਹਨਾਂ ਨੂੰ 20 ਵੋਟਾਂ ਮਿਲਦੀਆਂ ਆਪੋਜੀਸ਼ਨ ਦੇ ਕੈਂਡੀਡੇਟ ਨੂੰ, ਪਿਛਲੇ ਸਾਲ 19 ਵੋਟਾਂ ਮਿਲਦੀਆਂ ਨੇ, ਔਰ ਇਸ ਵਾਰ 42 ਵੋਟਾਂ ਮਿਲਣੀਆਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜੀ। ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਅੱਜ ਬੜੇ ਦਾਅਵੇ ਕੀਤੇ ਨੇ। ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਸੰਬੋਧਨ ਕਰਨਾ ਸੀ, ਹੋ ਸਕਦਾ ਉਹਨਾਂ ਨੇ ਸੰਬੋਧਨ ਕੀਤਾ ਹੋਵੇ। ਉਹਨਾਂ ਨੇ ਇਸ ਗੱਲ ਨੂੰ ਉਭਾਰਿਆ ਕਿ ਅਸੀਂ RSS ਨੂੰ ਵੀ ਹਰਾਇਆ, ਅਸੀਂ ਭਾਜਪਾ ਨੂੰ ਵੀ ਹਰਾਇਆ, ਅਸੀਂ ਸੈਂਟਰ ਦੀ ਹਕੂਮਤ ਨੂੰ ਵੀ ਹਰਾਇਆ ਜੀ, ਪੰਜਾਬ ਸਰਕਾਰ ਨੂੰ ਵੀ ਹਰਾਇਆ, ਹਰਿਆਣਾ ਸਰਕਾਰ ਨੂੰ ਵੀ ਹਰਾਇਆ। ਉਹ ਇਸ ਨੂੰ ਵਧਾ ਚੜਾ ਕੇ ਦੱਸ ਰਹੇ ਨੇ ਜੀ। ਤਾਂ ਇਹਦੇ ਵਿੱਚ ਬੀਬੀ ਦੀ ਜਿਹੜੀ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਜੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਸਿੱਖ ਜਗਤ ਦੀ ਜਾਂ ਸਿੱਖ ਕੌਮ ਦੀ ਇੱਕ ਨੁਮਾਇੰਦਾ ਜਮਾਤ ਹੈਗੀ ਹੈ, ਨੁਮਾਇੰਦਾ ਸੰਸਥਾ ਹੈਗੀ ਹੈ ਜੀ। ਬਿਲਕੁਲ। ਤਾਂ ਦੂਸਰੀਆਂ ਪਾਰਟੀਆਂ 'ਚ ਜਿਹੜੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਜਦੋਂ ਗੱਲ ਕਰਦੇ ਹਾਂ, ਚਾਹੇ ਉਹ ਭਾਜਪਾ 'ਚ ਚਾਹੇ ਕਾਂਗਰਸ 'ਚ ਹੈਗੇ ਨੇ, ਉਹ ਕਹਿੰਦੇ ਆ ਕਿ ਅਸੀਂ ਇੱਕ ਪੋਲੀਟੀਕਲ ਨੇਤਾ ਹੈਗੇ ਆ, ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਏ ਹਾਂ, ਪਰ ਉਸ ਤੋਂ ਵੱਧ ਕਿ ਅਸੀਂ ਸਿੱਖ ਵੀ ਤਾਂ ਹਾਂ। ਬਿਲਕੁਲ। ਸਾਨੂੰ ਵੀ ਤਾਂ ਉਸ ਗੱਲ ਕਰਨ ਦਾ ਅਧਿਕਾਰ ਹੈਗਾ। ਜਿਹੜਾ ਇਹ ਕਹਿ ਰਹੇ ਨੇ ਕਿ ਦਖਲ ਦਿੱਤਾ, ਹੋ ਸਕਦਾ ਹੈ ਦਖਲ ਦਿੱਤਾ ਹੋਏਗਾ, ਜਿਵੇਂ ਮਨਜਿੰਦਰ ਸਿੰਘ ਸਿਰਸਾ ਨੂੰ ਪੁਆਇੰਟ ਆਊਟ ਕੀਤਾ ਸੀ ਅਕਾਲੀ ਦਲ ਨੇ, ਤੇ ਲਾਲਪੁਰਾ ਸਾਹਿਬ ਨੂੰ ਪੁਆਇੰਟ ਆਊਟ ਕੀਤਾ ਸੀਗਾ। ਤਾਂ ਇਹ ਲੋਕ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਨੇ ਕਿ ਅਸੀਂ ਸਿੱਖ ਹੋਣ ਦੇ ਨਾਤੇ ਤਾਂ ਭੂਮਿਕਾ ਨਿਭਾ ਸਕਦੇ ਹਾਂ। ਬਿਲਕੁਲ। ਪਰ ਜਦੋਂ ਵੀ ਕੋਈ ਇਹੋ ਜਿਹੀ ਗੱਲ ਚੱਲਦੀ ਹੈ, ਚਾਹੇ ਅਮਰਿੰਦਰ ਵਾਲੀ ਕਾਂਗਰਸ ਨੇ ਕੀਤੀ ਹੋਵੇ, ਤਾਂ ਉਹਨੂੰ ਸਿੱਖਾਂ ਦੇ ਮਾਮਲੇ 'ਚ ਇੱਕ ਦਖਲ ਅੰਦਾਜ਼ੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਮਝਦਾ ਹੈਗਾ। ਤੇ ਹੁਣ ਅੱਜ ਦੀ ਚੋਣ ਹੈ ਜਿਹੜੀ ਉਹ ਨਿਪਟਣ ਨਾਲ ਜਿਹੜੀ ਇੱਕ ਬੜੀ ਲੋਕਾਂ ਦੀ ਇੱਕ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਇਸ ਦੇ ਵਿੱਚ ਕੀ ਬਣੇਗਾ। ਵੱਡੀ ਕਿਆਸ ਪਹਿਲੇ ਕੀਤਾ ਜਾ ਚੁੱਕਿਆ ਸੀ ਕਿ ਜਿੱਤ ਹੈ ਜਿਹੜੀ ਉਹ ਧਾਮੀ ਸਾਹਿਬ ਦੀ ਹੋਣੀ ਹੈ, ਐਡਵੋਕੇਟ ਧਾਮੀ ਦੀ, ਇਹ ਤੈਅ ਸੀ। ਪਰ ਗੱਲ ਜਿਹੜੀ ਫੋਕਸ ਕੀਤਾ ਜਾ ਰਿਹਾ ਸੀ ਲੋਕਾਂ ਬੰਨਿਓ, ਦੇਖਿਆ ਜਾ ਰਿਹਾ ਸੀ, ਉਹ ਇਹ ਦੇਖ ਰਹੇ ਸੀ ਕਿ ਬੀਬੀ ਕਿੰਨੀਆਂ ਵੋਟਾਂ ਲਿਆਉਣ ਦੇ ਵਿੱਚ ਕਾਮਯਾਬ ਹੁੰਦੀ ਹੈ, ਕਿਉਂਕਿ ਸਾਰੇ ਟਕਸਾਲੀ ਹੈ ਜਿਹੜੇ ਉਹ ਬੀਬੀ ਦੇ ਨਾਲ ਜਿਹੜੇ ਪਿਛਲੇ ਚਾਹੇ ਢੀਂਡਸਾ ਸਾਹਿਬ ਹੋਣ, ਬਾਕੀ ਲੀਡਰ ਹੋਣ, ਉਹ ਜੁੜੇ ਹੋਏ ਸੀਗੇ। ਕੱਲ੍ਹ ਹੀ ਜਿਹੜੇ ਬਲਵੀਰ ਸਿੰਘ ਘੁੰਨਸੋਰਾ ਨੇ ਬਗਾਵਤ ਕਰਕੇ ਕਿਹਾ ਕਿ ਅਸੀਂ ਬੀਬੀ ਦੇ ਨਾਲ ਖੜਾਂਗੇ ਜੀ। ਤਾਂ ਵੱਡੀ ਨਜ਼ਰ ਹੈ ਜਿਹੜਾ 42 ਦੇ ਅੰਕੜੇ ਤੇ ਲੱਗੀ ਹੋਈ ਸੀ। ਹੁਣ ਦੇਖਣ ਵਾਲਾ ਇਹ ਹੋ ਗਿਆ ਕਿ ਆਉਣ ਵਾਲੇ ਸਮੇਂ 'ਚ 42 ਦਾ ਅੰਕੜਾ ਕਿਸ ਕਿਸਮ ਦਾ ਰੰਗ ਦਿਖਾਏਗਾ ਜੀ। ਚਰਨਜੀਤ ਜੀ, ਇਹ ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੋਵੇਂ ਧੜੇ ਜਿਹੜੇ ਆਪੋ ਆਪਣੀਆਂ ਟਿੱਪਣੀਆਂ ਕਰ ਰਹੇ ਨੇ, ਪਰ ਅਸਲ ਸਵਾਲ ਇਹ ਉੱਠਦਾ ਹੈ ਤੇ ਜਨਤਾ ਵੀ ਜਾਣਨਾ ਚਾਹੁੰਦੀ ਹੈ ਵੀ ਕਿ ਇਹਨਾਂ ਚੋਣਾਂ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਦੇ ਮੁੱਖ ਕਾਰਨ ਕਿਹੜੇ-ਕਿਹੜੇ ਰਹਿ ਰਹੇ ਨੇ। ਤੇ ਗੱਲ ਕਰੀਏ ਬੀਬੀ ਜਗੀਰ ਕੌਰ ਦੀ ਹਾਰ ਦੇ, ਤਾਂ ਉਹਨਾਂ ਦੀ ਹਾਰ ਦੇ ਕਿਹੜੇ-ਕਿਹੜੇ ਕਾਰਨ ਤੁਹਾਨੂੰ ਲੱਗਦਾ ਹੈ ਵੀ ਕਿ ਮੁੱਖ ਹੋ ਸਕਦੇ ਨੇ? ਦੇਖੋ, ਜੇ ਆਪਾਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜੀ, ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਖਾਸ ਕਰਕੇ 2015 ਤੋਂ ਉਹਨਾਂ ਦੀ ਜਿਹੜੀ ਗ੍ਰਾਫ ਹੈ ਡੇ ਬਾਈ ਡੇ ਜਿਹੜਾ ਹੇਠਾਂ ਨੂੰ ਜਾ ਰਿਹਾ ਸੀਗਾ ਗ੍ਰਾਫ ਉਹਨਾਂ ਦਾ। ਦੇਖੋ, ਬਰਗਾੜੀ ਦਾ ਇਸ਼ੂ ਹੁੰਦਾ ਹੈ, ਬਹਿਬਲ ਕਲਾਂ ਦਾ ਹੁੰਦਾ ਹੈ, ਕੋਟਕਪੂਰਾ ਦਾ ਹੁੰਦਾ ਹੈ। ਜਦੋਂ ਅਕਾਲੀ ਦਲ ਦੀ ਹਕੂਮਤ ਸੀ ਉਦੋਂ ਹੀ ਜਿਹੜੀਆਂ ਤਰ੍ਹਾਂ ਦੀਆਂ ਉਂਗਲਾਂ ਉਹਨਾਂ 'ਤੇ ਪੋਲੀਟੀਕਲੀ ਉੱਠਣੀ ਸ਼ੁਰੂ ਹੋ ਗਈਆਂ ਸੀ, ਗ੍ਰਾਫ ਨੀਵਾਂ ਆਉਣਾ ਸ਼ੁਰੂ ਹੋ ਗਿਆ ਸੀ। ਖਾਸ ਕਰਕੇ ਸਿੱਖ ਕੌਮ ਦੇ ਵਿੱਚ ਇੱਕ ਭਾਰੀ ਰੋਸ ਪਾਇਆ ਜਾਣ ਲੱਗਿਆ ਸੀ, ਜਿਹਦੇ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜਿਹੜੀ ਉਹ ਆਈ ਸੀਗੀ ਦੇ ਵਿੱਚ। ਉਦੋਂ ਵੀ ਇਹਨਾਂ ਦੀਆਂ ਸੀਟਾਂ ਜਿਹੜੀਆਂ ਘਟ ਗਈਆਂ। ਫਿਰ ਉਸ ਤੋਂ ਬਾਅਦ ਲੱਗਿਆ ਕਿ 2022 ਦੇ ਵਿੱਚ ਇੰਪਰੂਵ ਕਰਨਗੇ। ਉਹਦੀ ਟੋਟਲੀ ਸੁਖਬੀਰ ਸਿੰਘ ਬਾਦਲ ਨੇ ਲੀਡ ਕੀਤਾ, ਪ੍ਰਕਾਸ਼ ਸਿੰਘ ਬਾਦਲ ਨੇ ਉਸ ਕਿਸਮ ਦੀ ਚੋਣ ਕੰਪੇਨ ਨਹੀਂ ਕੀਤੀ ਸੀਗੀ ਜੀ। ਉਹਦੇ ਵਿੱਚ ਸੀਟਾਂ ਘਟ ਕੇ 3 ਰਹਿ ਜਾਂਦੀਆਂ ਨੇ। ਬਿਲਕੁਲ। ਔਰ ਜਦੋਂ ਜਿਮਨੀ ਚੋਣ ਸੰਗਰੂਰ ਦੀ ਆਉਂਦੀ ਹੈ ਉਹਦੇ ਵਿੱਚ ਇਹਨਾਂ ਦੀ ਬੜੀ ਚੌਥੇ 5ਵੇਂ ਨੰਬਰ ਤੇ ਚਲੇ ਜਾਂਦੇ ਨੇ ਜੀ। ਤੇ ਪਾਰਟੀ ਦੇ ਅੰਦਰ ਬਗਾਵਤੀ ਸੁਰਾਂ ਵੀ ਉੱਠ ਰਹੀਆਂ। ਮਨਪ੍ਰੀਤ ਇਆਲੀ ਹੋਰਾਂ ਨੇ ਕੀਤਾ ਤੇ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤੇ ਜਾਣ ਦੀ ਗੱਲ ਕਹੀ, ਲੀਡਰਸ਼ਿਪ ਦੇ ਤਬਦੀਲ ਕੀਤੇ ਜਾਣ ਦੀ ਗੱਲ ਕਹੀ। ਇਸ ਕਿਸਮ ਦਾ ਕ੍ਰਾਈਸਿਸ ਹੈ ਪਾਰਟੀ ਦੇ ਅੰਦਰ ਬਣਿਆ ਹੋਇਆ ਸੀ ਜੀ। ਤਾਂ ਇਹਨਾਂ ਕ੍ਰਾਈਸਿਸਾਂ ਦੇ ਦੌਰਾਨ ਜਿਹੜੀ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਰਹੀ ਕਿ ਠੰਡਾ ਬੁੱਲਾ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਜੀ, ਕਿ ਜਿਹੜੀ ਇਹ ਜਿੱਤ ਹੋਈ ਹੈਗੀ ਹੈ। ਇਹਨੂੰ ਅਕਾਲੀ ਦਲ ਦੇ ਜਿਹੜੇ ਇੱਕ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਇਹਨਾਂ ਦਾ ਜਿਹੜਾ ਵਰਕਰ ਉਹ ਨਿਰਾਸ਼ ਬੈਠਾ ਸੀਗਾ,
ਉਹਨੂੰ ਇੱਕ ਸਾਈਕੋਲੋਜੀਕਲੀ ਉਹ ਅਪ ਹੋਏਗਾ ਜੀ ਉਹਨੂੰ ਬੂਸਟ ਮਿਲੇਗਾ, ਐਕਟਿਵ ਹੋਏਗਾ। ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਇਹ ਵੀ ਇੰਨਾ ਕੁ ਉਹਨਾਂ ਨੇ ਸਾਬਤ ਕਰਤਾ ਇਹ ਚੋਣ ਜਿੱਤ ਕੇ ਕਿ ਉਹਨਾਂ ਦੀ ਜਿਹੜੀ ਪਕੜ ਹੈ ਸੁਖਬੀਰ ਸਿੰਘ ਬਾਦਲ ਦੀ ਉਹ ਪਾਰਟੀ ਤੇ ਹਾਲੇ ਬਰਕਰਾਰ ਹੈਗੀ ਹੈ ਜੀ। ਔਰ ਜਿਹੜੀਆਂ ਉਹਨਾਂ ਤੇ ਪੁਆਇੰਟ ਆਊਟ ਹੋ ਰਹੇ ਸੀਗੇ ਉਹ ਲੀਡਰਸ਼ਿਪ ਤਬਦੀਲ ਕੀਤੇ ਜਾਣ ਨੂੰ ਲੈ ਕੇ ਉਹ ਵੀ ਸੁਰਾਂ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਨਰਮ ਪੈਣਗੀਆਂ ਜੀ। ਇਹਦੇ ਨਾਲ ਸੁਖਬੀਰ ਸਿੰਘ ਬਾਦਲ ਇੱਕ ਤਰੀਕੇ ਨਾਲ ਆਪਣਾ ਜਿਹੜਾ ਅਕਾਲੀ ਦਲ ਦਾ ਕਿਲਾ ਉਹ ਬਚਾਉਣ ਦੇ ਵਿੱਚ ਕਾਮਯਾਬ ਹੋਏ ਨੇ ਕਿਉਂਕਿ ਇਹਦੇ ਵਿੱਚ ਵੱਡੇ ਬਾਦਲ ਸਾਹਿਬ ਦੀ ਭੂਮਿਕਾ ਜਿਹੜੀ ਹੈ ਉਹ ਬਿਲਕੁਲ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ। ਈਵਨ ਜਿਸ ਦਿਨ ਸ਼੍ਰੋਮਣੀ ਕਮੇਟੀ ਮੈਂਬਰ ਲੰਚ ਤੇ ਬੁਲਾਏ ਗਏ ਸੀ ਬਾਦਲ ਪਿੰਡ ਉਸ ਦਿਨ ਵੀ ਵੱਡੇ ਬਾਦਲ ਹੈ ਉਹ ਸਾਹਮਣੇ ਨਹੀਂ ਸੀ ਆਏ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮਿਲੇ ਨਹੀਂ ਸੀਗੇ। ਸੋ ਇਹ ਕ੍ਰੈਡਿਟ ਕਿਤੇ ਨਾ ਕਿਤੇ ਦੇਖੋ ਉਹਦੀ ਪਕੜ ਨੂੰ ਤਾਂ ਮਜ਼ਬੂਤ ਕਰਦਾ ਸੁਖਬੀਰ ਸਿੰਘ ਬਾਦਲ ਦੀ ਨੂੰ, ਪਰ ਦੂਸਰੇ ਪਾਸੇ ਜਿਹੜੇ ਦੂਸਰੇ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿੱਥੇ ਤਾਂ ਤੁਹਾਡਾ ਮਾਰਜ ਤੁਹਾਡੇ ਵਿਰੋਧੀਆਂ ਨੂੰ 19 ਵੋਟਾਂ ਮਿਲਦੀਆਂ ਸੀ, 20 ਵੋਟਾਂ ਮਿਲਦੀਆਂ ਸੀ, 23 ਵੋਟਾਂ ਮਿਲਦੀਆਂ ਸੀ ਜੀ, ਉਹ ਵੱਧ ਕੇ ਵੋਟਾਂ ਦਾ ਜਿਹੜਾ ਗ੍ਰਾਫ ਹੈ ਉਹ ਹੋਰ ਹੋ ਗਿਆ। ਜਾਂ ਪਾਏ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪਿਛਲੇ ਟਾਈਮ ਤੋਂ ਨਵੇਂ ਬੰਦੇ ਜੇ ਤਾਂ ਜੁੜਦੇ ਹੋਣ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਅਚੀਵਮੈਂਟ ਹੈ। ਉਹ ਲਗਾਤਾਰ ਟੁੱਟ ਰਹੇ ਨੇ, ਟੁੱਟ ਵੀ ਕੌਣ ਰਹੇ ਨੇ, ਕੋਈ ਆਮ ਨਹੀਂ ਕਿ ਜਿਹੜੇ 4 ਦਿਨ ਪਹਿਲਾਂ ਅਕਾਲੀ ਦਲ 'ਚ ਸ਼ਾਮਲ ਹੋਏ ਹੋਣ। ਟਕਸਾਲੀਆਂ ਦਾ ਟੁੱਟਣਾ ਹੋਰ ਗੱਲ ਹੈਗੀ ਜੀ। ਟਕਸਾਲੀ ਚਾਹੇ ਢੀਂਡਸਾ ਸਾਹਿਬ ਪੁਰਾਣੇ ਨੇਤਾ ਸੀ ਉਹ ਵੀ ਟੁੱਟ ਕੇ ਚਲੇ ਗਏ। ਬੀਬੀ ਜਗੀਰ ਕੌਰ ਇਹਨਾਂ ਦੀ ਨਿੱਜੀ ਸੀ, ਬਾਦਲ ਫੈਮਿਲੀ ਨਾਲ ਇੱਕ ਨਿੱਜੀ ਤਾਲੁਕਾਤ ਸੀ ਉਹਨਾਂ ਦੇ, ਔਰ ਟਕਸਾਲੀ ਵੀ ਸੀ 1996 ਤੋਂ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਜੀ, ਉਹ ਵੀ ਛੱਡ ਕੇ ਚਲੇ ਗਏ। ਮਨਜਿੰਦਰ ਸਿੰਘ ਸਰਸਾ ਵੀ ਬਾਦਲ ਫੈਮਿਲੀ ਦੇ ਇੱਕ ਨਿੱਜੀ ਮੈਂਬਰ ਵਾਂਗੂ ਸੀ, ਉਹ ਵੀ ਛੱਡ ਕੇ ਤੁਰ ਗਏ ਨੇ। ਤਾਂ ਜਿਹੜੇ ਵਿਰੋਧੀ ਆ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਉਭਾਰਨਗੇ ਕਿ ਪਿਛਲੇ ਟਾਈਮ ਤੇ ਨਜ਼ਰ ਮਾਰੀਏ ਤਾਂ ਬੰਦੇ ਜੁੜਨ ਦੀ ਥਾਂ ਡੇ ਬਾਈ ਡੇ ਟੁੱਟਦੇ ਰਹੇ ਨੇ। ਬਿਲਕੁਲ ਠੀਕ ਹੈ, ਇਹਨਾਂ ਦੀ ਪਾਰਟੀ ਦੇ ਜਿਹੜੇ ਜਿੱਤ ਦੇ ਕਾਰਨ ਕੁਝ ਇਹ ਵੀ ਹੈ ਕਿ ਇਹਨਾਂ ਦਾ ਕੈਂਡੀਡੇਟ ਬਹੁਤ ਅੱਛਾ ਸੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ, ਉਹ ਅੱਛੀ ਪਰਸਨੈਲਿਟੀ, ਉਹਨਾਂ ਦੀ ਛਵੀ ਹੈ ਜਿਹੜੀ ਉਹ ਅੱਛੀ ਹੈਗੀ ਹੈ। ਉਹਨਾਂ ਦੀ ਪਾਰਟੀ ਦੇ ਅੰਦਰੋਂ ਕਿਸੇ ਕਿਸਮ ਦਾ ਕੋਈ ਇਦਾਂ ਦੀ ਪੁਆਇੰਟ ਆਊਟ ਨਹੀਂ ਸੀ ਹੁੰਦੇ ਉਹ ਕਿਉਂ ਕਿ ਹੋਰ ਕੈਂਡੀਡੇਟ ਚਾਹੀਦਾ, ਉਹਨੇ ਕੈਂਡੀਡੇਚਰ ਤੇ ਉੱਪਰ ਕਿਸ ਕਿਸਮ ਦੀ ਕੋਈ ਉਂਗਲ ਨਹੀਂ ਸੀ ਉੱਠ ਰਹੀ ਜੀ। ਔਰ ਪਹਿਲਾਂ ਉਹ ਪ੍ਰਧਾਨ ਰਹਿਣ ਕਰਕੇ ਉਹਦੇ 'ਚ ਅਤਿਸ਼ੇ ਇਹ ਵੀ ਹੋ ਜਾਂਦਾ ਹੈ ਕਿ ਜਦੋਂ ਬੰਦਾ ਪ੍ਰਧਾਨ ਰਹਿੰਦਾ ਬਹੁਤ ਸਾਰੇ ਬੰਦੇ ਓਬਲਾਈਜ਼ ਕਰਦਾ ਹੈ, ਬਹੁਤ ਬੰਦੇ ਤੇ ਤੁਹਾਡੇ ਅਹਿਸਾਨ ਹੁੰਦੇ ਨੇ ਜੀ, ਉਹ ਵੀ ਇੱਕ ਕਾਰਨ ਹੈਗਾ ਕਿ ਸੈਕੰਡ ਟਰਮ ਦੇ ਵਿੱਚ ਬਣਨ ਦਾ। ਤੀਸਰਾ ਕਿ ਸੁਖਬੀਰ ਸਿੰਘ ਬਾਦਲ ਨੇ ਬੜੀ ਅਗਰੈਸਿਵਲੀ ਇਹ ਸਾਰੀ ਕੰਪੇਨ ਆਪਣੇ ਹੱਥਾਂ 'ਚ ਲੈ ਕੇ ਚਲਾਈ ਹੋਈ ਸੀ। ਕੱਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵਿੱਚ ਘਰਾਂ 'ਚ ਜਾ ਰਹੇ ਸੀ, ਜਿਹੜੇ ਉਹਨਾਂ ਨੂੰ ਲੱਗਦੇ ਸੀ ਕਿ ਇਹ ਮੈਂਬਰ ਨਾਰਾਜ਼ ਨੇ, ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਨੇ। ਮਤਲਬ ਸਾਰੇ ਚਾਹੇ ਮਾਲਵੇ ਦੀ ਗੱਲ ਕਰ ਲਈ, ਮਾਝੇ ਦੁਆਬੇ ਦੀ ਕਰ ਲਈ, ਬਿਕਰਮ ਸਿੰਘ ਮਜੀਠੀਆ ਨੇ ਮਾਝੇ ਦੇ ਵਿੱਚ ਕੰਮ ਕੀਤਾ, ਇਸ ਕੰਪੇਨ ਕੀਤੀ ਹੈਗੀ ਹੈ ਜੀ। ਤਾਂ ਇਹ ਉਹ ਕੰਪੇਨਿੰਗ ਦਾ ਵੀ ਇੱਕ ਅਸਰ ਹੈਗਾ, ਸਾਰਿਆਂ ਨੂੰ ਮਨਾ ਲਿਆ ਟਾਈਮਲੀ। ਤੇ ਬੀਬੀ ਦੇ ਜਿਹੜੇ ਵੱਡਾ ਇਹ ਤਾਂ ਪੱਖ ਹੈਗਾ ਕਿ 42 ਵੋਟਾਂ ਉਹ ਹਾਸਲ ਕਰਕੇ, ਕਿਉਂਕਿ ਜੇ ਤਾਂ ਉਹਨਾਂ ਦਾ ਅਤਿਸ਼ ਅੰਕੜਾ ਰਹਿੰਦਾ ਕਿ 20-25 ਦੇ ਆਸ-ਪਾਸ, ਫਿਰ ਤਾਂ ਜਿਸ ਤਰ੍ਹਾਂ ਬਾਗੀ ਖੜੇ ਨੇ ਇੱਕ ਕਤਾਰ ਦੇ ਵਿੱਚ ਉਹਨਾਂ ਨੇ ਜਾ ਕੇ ਖੜ ਜਾਣਾ ਸੀਗਾ। ਪਰ ਹੁਣ ਜਦੋਂ ਇਹਨਾਂ ਦਾ ਅੰਕੜਾ 42 ਦਾ ਹੋ ਗਿਆ ਹੈਗਾ ਤਾਂ ਹੁਣ ਬੀਬੀ ਇੱਕ ਲੀਡਰ ਦੇ ਤੌਰ ਤੇ ਜ਼ਰੂਰ ਹੈ ਜਿਹੜੀ ਉਹ ਉੱਭਰੀ ਹੈ। ਜਿਵੇਂ ਪਹਿਲਾਂ ਆਪਾਂ ਕਹਿੰਦੇ ਹੁੰਦੇ ਕਿ ਬੇਵਾਕ ਹੈਗੀ ਹੈ, ਧਾਰਮਿਕ ਹਸਤੀ ਹੈਗੀ ਹੈ, ਇਹ ਵੱਖਰੀ ਗੱਲ ਹੈ ਕਿ ਪਹਿਲਾਂ ਬੀਬੀ ਜੀ ਵੀ ਉਸੇ ਧਾਰਾ ਦੇ ਵਿੱਚ ਚੱਲਦੇ ਰਹੇ ਜਿਹਦੇ ਵਿੱਚ ਬਾਦਲ ਦਲ ਚੱਲਦਾ ਰਿਹਾ ਸਾਰੀ, ਉਸ ਤਰ੍ਹਾਂ ਹੀ ਲਿਫਾਫੇ ਦੇ ਵਿੱਚ ਉਦੋਂ, ਕਿਉਂਕਿ ਉਂਗਲ ਤਾਂ ਇਹ ਵੀ ਉੱਠਦੀ ਹੈ ਕਿ ਉਹਨਾਂ ਨੇ ਕਿਉਂ ਨਹੀਂ ਵਿਰੋਧ ਕੀਤਾ ਪਹਿਲਾਂ, ਕਿ ਉਹ ਆਪਣੇ ਟਾਈਮ ਤੋਂ ਲਿਫਾਫੇ 'ਚੋਂ ਨਿਕਲਦੇ ਉਦੋਂ ਵਿਰੋਧ ਕਰਦੇ ਇਸ ਗੱਲ ਦਾ ਕਿ ਮੇਰੀ ਕੈਂਡੀਡੇਚਰ ਐਲਾਨੋ, ਤੁਸੀਂ ਉਮੀਦਵਾਰ ਬਣਾਉਂਦੇ। ਤਾਂ ਇਹ ਬੀਬੀ ਤੇ ਵੀ ਉਂਗਲਾਂ ਉੱਠਦੀਆਂ ਨੇ, ਨਿਸ਼ਾਨੇ ਤੇ ਰਹਿੰਦੇ ਨੇ, ਪਰ ਇਹਦੇ ਵਿੱਚ ਬੀਬੀ ਇੱਕ ਨੇਤਾ ਦੇ ਤੌਰ ਤੇ ਵੀ ਉੱਭਰੀ ਹੈ ਤੇ ਜਿਹਦੇ ਕਰਕੇ ਉਹ ਆਉਣ ਵਾਲੇ ਦਿਨਾਂ 'ਚ ਬੜੀ ਬਵਾਕੀ ਨਾਲ ਕੰਪੇਨ ਵੀ ਕਰ ਸਕਦੇ ਨੇ। ਤਾਂ ਹੀ ਅੱਜ ਵੀ ਉਹਨਾਂ ਨੇ ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਅੱਗੇ ਲੜਾਈ ਲੜਾਂਗੇ। ਅਸਲ ਸ਼ੁਰੂਆਤ ਹੈ ਜਿਹੜੀ ਹੁਣ ਹੋਈ ਹੈ ਜੀ, ਉਹਨਾਂ ਨੇ ਕੁਝ ਲੋਕਾਂ ਨੂੰ ਗਦਾਰ ਵੀ ਦੱਸਿਆ ਹੈਗਾ। ਤੇ ਇੱਕ ਬੀਬੀ ਦੀ ਕੰਪੇਨ ਬੜੀ ਕਮਜ਼ੋਰ ਰਹੀ, ਤੁਸੀਂ ਕਿਤੇ ਵੀ ਦੇਖ ਲਓ ਪੰਜਾਬ ਜਦੋਂ ਵੀ ਐਲਾਨ ਹੋਇਆ, ਕਿਉਂਕਿ ਇੱਕ ਤਾਂ ਲੇਟ ਹੋ ਗਏ ਸੀ, ਉਹਨਾਂ ਨੇ ਆਪਣੀ ਅਨਾਉਂਸਮੈਂਟ ਕੀਤੀ, ਇਹਨਾਂ ਨੇ ਬਹੁਤ ਅਗੇਤੀ ਧਾਮੀ ਨੂੰ ਐਲਾਨ ਦਿੱਤਾ ਸੀਗਾ, ਇੱਕ ਤਰੀਕੇ ਨਾਲ ਪਤਾ ਸੀ ਵੀ ਉਹੀ ਇਹਨਾਂ ਦੇ ਕੈਂਡੀਡੇਟ ਹੋਣਗੇ, ਫਾਰਮਲੀ ਐਲਾਨ ਚਾਹੇ ਬਾਅਦ 'ਚ ਕੀਤਾ ਹੈਗਾ। ਉਹਦੇ ਮੁਕਾਬਲੇ ਜਿਹੜੀ ਕੰਪੇਨ ਹੈ ਬੀਬੀ ਕਿਤੇ ਨਹੀਂ ਗਈ, ਐਂ ਦੇਖਣ ਨੂੰ ਨਹੀਂ ਮਿਲੀ ਕਿ ਉਹ ਮੈਂਬਰਾਂ ਨੂੰ ਮਿਲ ਰਹੇ ਨੇ। ਉਹ ਆਪਣੇ ਹੋ ਸਕਦਾ ਉਹਨਾਂ ਦੀ ਆਪਣੀ ਕੋਈ ਰਣਨੀਤੀ ਦਾ ਹਿੱਸਾ ਹੋਵੇ। ਸੋ ਕੁਝ ਗੱਲਾਂ ਜਿਹੜੀਆਂ ਉਹ ਪੱਖ 'ਚ ਗਈਆਂ ਨੇ ਅਕਾਲੀ ਦਲ ਦੇ, ਕੁਝ ਬੀਬੀ ਨੂੰ ਵੀ ਹੌਸਲਾ ਦੇਣ ਵਾਲੀਆਂ ਗੱਲਾਂ ਨੇ। ਇਸ ਕਰਕੇ ਅਕਾਲੀ ਦਲ ਨੂੰ ਜਿਹੜੀ ਇਹ ਗੱਲ ਕਹਿਣੀ ਕਿ ਅਸੀਂ ਟਿਕ ਕੇ ਨਹੀਂ ਬੈਠਾਂਗੇ, ਜਿਹੜੇ ਨਾਰਾਜ਼ ਲੋਕ ਹੈ ਉਹਨਾਂ ਨੂੰ ਨਾਲ ਤੋਰਾਂਗੇ, ਹੋ ਸਕਦਾ ਉਹਨਾਂ ਦਾ ਇਸ਼ਾਰਾ ਇਹ ਵੀ ਹੋਵੇ ਕਿ ਬੀਬੀ ਨੂੰ ਅਸੀਂ ਮਨਾ ਲਾਂਗੇ, ਆਪਣੇ ਨਾਲ ਮੁੜ ਜੋੜ ਲਾਂਗੇ,
ਕਿਉਂਕਿ ਆਤਿਸ਼ ਪੋਲਿਟਿਕਸ ਦੇ ਵਿੱਚ ਕਿ ਕੋਈ ਵੀ ਚੀਜ਼ ਹੈ ਜਿਹੜੀ ਉਹ ਪੱਕੀ ਨਹੀਂ ਹੁੰਦੀ ਜੀ। ਸਾਰੀਆਂ ਚੀਜ਼ਾਂ ਜਿਹੜੀਆਂ ਆਰਜੀ ਹੁੰਦੀਆਂ, ਹਰ ਚੀਜ਼ ਹੈ ਜਿਹੜੀ ਉਹ ਸੰਭਵ ਹੁੰਦੀ ਹੈ ਪੋਲਿਟਿਕਸ ਦੇ ਵਿੱਚ। ਹੋ ਸਕਦਾ ਕੱਲ ਨੂੰ ਬੀਬੀ ਜੀ ਮੁੜ ਕੇ ਆ ਸਕਦੇ ਨੇ ਦੇਰ ਸਵੇਰ, ਕਿਉਂਕਿ ਕਿਸੇ ਟਾਈਮ ਅਸੀਂ ਸੁਣਦੇ ਹੁੰਦੇ ਸੀ ਜਦੋਂ ਸਰਦਾਰ ਗੁਰਚਰਨ ਸਿੰਘ ਟੌਹੜਾ ਕਿ ਬਾਦਲ ਦਲ ਨੂੰ ਅਲੱਗ ਹੋਏ ਨੇ 99 ਦੇ ਵਿੱਚ, ਤਾਂ ਉਹ ਵੀ ਬੜੇ ਉਹਨਾਂ ਦੇ ਬਿਆਨ ਛਪਦੇ ਹੁੰਦੇ ਸੀ ਕਿ ਬਾਦਲਾਂ ਨਾਲ ਤਾਂ ਮੇਰੀ ਮੜੀ ਵੀ ਸਮਝੌਤਾ ਨਹੀਂ ਕਰੇਗੀ, ਹੈ ਨਾ। ਜਾਂ ਸਰਨਾ ਪਰਿਵਾਰ ਹੈ, ਉਹ ਵੀ ਅਸੀਂ ਸੁਣਦੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਜਿਹੜੀ ਬਾਦਲ ਦਲ ਦੀ ਮਕਾਨ ਵੀ ਨਹੀਂ ਜਾਵਾਂਗੇ ਇੱਕ ਤਰੀਕੇ ਨਾਲ। ਤੇ ਅੱਜ ਉਹ ਕਿਉਂ ਬਾਅਦ ਚ ਟੌਹੜਾ ਸਾਹਿਬ ਵੀ ਪਾਰਟੀ ਸ਼ਾਮਲ ਹੋਏ, ਸਰਨਾ ਵੀ ਹੁਣ ਪਿਛਲੇ ਟਾਈਮ ਦੇ ਵਿੱਚ ਵਾਪਸ ਆ ਗਏ ਨੇ। ਸੋ ਪੋਲਿਟਿਕਸ ਦੇ ਵਿੱਚ ਆਉਣ ਜਾਣ ਤਾਂ ਹੁਣ ਤਾਂ ਜਿਸ ਤਰ੍ਹਾਂ ਦੀ ਰਾਜਨੀਤੀ ਬਣ ਗਈ ਹੈ, ਆਉਣ ਜਾਣ ਹੁਣ ਨਾਰਮਲ ਗੱਲਾਂ ਰਹਿ ਗਈਆਂ, ਲੋਕਾਂ ਨੂੰ ਵੀ ਇਹ ਗੱਲਾਂ ਹੁਣ ਓਪਰੀਆਂ ਨਹੀਂ ਲੱਗਦੀਆਂ। ਜੀ ਚਰਨਜੀਤ ਜੀ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਗੱਲ ਤਾਂ ਵਾਰ-ਵਾਰ ਉੱਠ ਕੇ ਸਾਹਮਣੇ ਆ ਰਹੀ ਹੈ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈਆਂ, ਪਰ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਨਰਲ ਚੋਣਾਂ ਨੇ ਉਹ ਵੀ ਪਿਛਲੇ ਬਹੁਤ ਲੰਬੇ ਸਮੇਂ ਤੋਂ ਨਹੀਂ ਹੋਈ। ਉਸ ਬਾਰੇ ਕਿਸੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕਿ ਤੁਹਾਨੂੰ ਲੱਗਦਾ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੋਈ ਜਨਰਲ ਚੋਣਾਂ ਦੇ ਜਿਹੜਾ ਹੈਗਾ ਉਹਨਾਂ ਦੀ ਵੀ ਕੋਈ ਸੰਭਾਵਨਾ ਬਣ ਸਕਦੀ ਹੈ, ਕੋਈ ਆਸ ਜਿਹੜੀ ਹੈਗੀ ਹੁੰਦੀ ਦਿਖਾਈ ਦੇ ਰਹੀ ਹੈ? ਨਹੀਂ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੇ ਬੀਬੀ ਜਗੀਰ ਕੌਰ 42 ਵੋਟਾਂ ਲੈ ਗਏ ਨੇ ਤਾਂ ਹੁਣ ਜਿਹੜੀ ਕੇਂਦਰ ਸਰਕਾਰ ਹੈ, ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਇਲੈਕਸ਼ਨਸ ਹੈ, ਉਹਨਾਂ ਨੂੰ ਫੌਰੀ ਅਨਾਉਂਸ ਕਰ ਦੇਗੀ। ਬਿਲਕੁਲ ਠੀਕ ਹੈ, ਕਿਉਂਕਿ ਪਹਿਲਾਂ ਵੀ ਜਿਵੇਂ ਤੁਸੀਂ ਕਿਹਾ ਹੈਗਾ ਕਿ ਕਦੇ ਵੀ ਚੋਣ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਨੇ ਉਹ ਕਦੇ ਵੀ ਟਾਈਮ ਸਿਰ ਨਹੀਂ ਹੋਈਆਂ, ਜਿਹੜਾ ਪਿਛਲਾ ਰਿਕਾਰਡ ਹੈਗਾ। ਔਰ ਨਾ ਹੀ ਕਦੇ ਵੀ ਪਿਛਲੇ ਟਾਈਮ ਤੋਂ ਅਸੀਂ ਇਹ ਪ੍ਰੈਸ਼ਰ ਬਣਦਾ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਹੋਵੇ ਕਿ ਭਾਈ ਤੁਸੀਂ ਚੋਣਾਂ ਕਰਾਓ ਟਾਈਮ ਸਿਰ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜਾ ਐਕਟ ਹੈ ਉਹਦੇ ਵਿੱਚ ਇਹੀ ਪ੍ਰੋਵੀਜ਼ਨ ਹੈ ਕਿ ਜਦੋਂ ਜਿਵੇਂ ਹੁਣ 2011 ਚੋਣਾਂ ਹੋਈਆਂ ਸਤੰਬਰ ਦੇ ਵਿੱਚ, ਉਹਦੀ ਮਿਆਦ ਜਾ ਕੇ 2016 'ਚ ਖਤਮ ਹੋ ਗਈ। ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜਿੰਨਾ ਟਾਈਮ ਨਵੀਂ ਚੋਣ ਨਹੀਂ ਹੁੰਦੀ ਉਹਨਾਂ ਟਾਈਮ ਜਿਹੜੀ ਪੁਰਾਣੀ ਕਮੇਟੀ ਹੈ ਉਹੀ ਬਰਕਰਾਰ ਰਹੇਗੀ। ਜੀ ਜੇ ਤਾਂ ਦੇਖੋ ਇਹ ਚੇਂਜ ਹੋ ਜੇ ਕਿ ਜਦੋਂ ਵੀ ਉਹ ਖਤਮ ਹੋਏਗੀ ਤਾਂ ਉਹ ਤਾਂ ਖਤਮ ਹੋ ਜਾਏਗਾ, ਉਹ ਅੱਗੇ ਐਕਸਟੈਂਡ ਨਹੀਂ ਹੋਏਗੀ, ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਬਾਕੀ ਧਿਰਾਂ ਵੀ ਕਹਿਣ ਕੇ ਕਰਾਓ। ਸੈਂਟਰ ਦੀ ਵੀ ਇਹ ਮਜਬੂਰੀ ਬਣ ਜੇ ਕਿ ਟਾਈਮ ਸਿਰ ਕਰਾਉਣ ਦੇ। ਹੁਣ ਸੈਂਟਰ ਦੀ ਟੋਟਲ ਡਿਪੈਂਡ ਹੈ ਸੈਂਟਰ 'ਤੇ ਕਿ ਚੋਣਾਂ ਕਰਵਾਉਣੀਆਂ ਨਹੀਂ ਕਰਵਾਉਣੀਆਂ, ਔਰ ਸੈਂਟਰ ਇਹਦੇ ਵਿੱਚ ਆਪਣੀਆਂ ਗਿਣਤੀਆਂ ਮਿਣਤੀਆਂ ਦੇਖਦਾ ਹੈਗਾ। ਬਿਲਕੁਲ, ਚਾਹੇ ਉਹ ਯੂਪੀਏ ਦੀ ਸਰਕਾਰ ਹੋਵੇ ਚਾਹੇ ਐਨਡੀਏ ਦੀ ਸਰਕਾਰ ਹੋਵੇ, ਕਿਉਂਕਿ ਸਾਡੀ ਬਾਰਡਰ ਸਟੇਟ ਹੈ। ਕਈ ਸਿਕਿਉਰਿਟੀ ਦੇ ਐਂਗਲਾਂ ਤੋਂ ਵੀ, ਕਿਉਂਕਿ ਸੈਂਟਰ ਦਾ ਹਮੇਸ਼ਾ ਰਿਹਾ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਦੇ ਜਿਹੜੇ ਮੋਡਰੇਟਸ ਹੈ ਉਹਦੀ ਅਗਵਾਈ ਕਰਦੇ ਰਹਿਣ। ਉਹਨਾਂ ਦੀ ਇੱਕ ਅੰਦਰਲੀ ਇੱਕ ਮਾਨਸਿਕਤਾ ਬਣੀ ਵੀ ਹੈਗੀ ਕਿ ਮੋਡਰੇਟਸ ਹੈ ਜਿਹੜੇ ਜਾਂ ਲਿਬਰਲ ਹੈ ਜਿਹੜੇ ਸਿੱਖ ਉਹ ਆਉਣ। ਤਾਂ ਇਹ ਆਉਣ ਵਾਲੇ ਦਿਨਾਂ 'ਚ ਸੈਂਟਰ ਗੌਰਮੈਂਟ ਦੇਖ ਸਕਦੀ ਹੈ ਕਿ ਇਹਦਾ ਬਦਲ ਕੀ ਹੋ ਸਕਦਾ ਹੈਗਾ। ਇੰਨਾ ਕੁ ਤਾਂ ਹੈਗਾ ਕਿ ਜਿਹੜੇ ਬਾਗੀ ਹੋਏ ਨੇ ਜਾਂ ਬਗਾਵਤ ਵਾਲੇ ਇਕੱਠੇ ਹੋਏ ਨੇ ਜਾਂ 42 ਦਾ ਅੰਕੜਾ ਆਪਾਂ ਕਹਿ ਰਹੇ ਹਾਂ ਜੀ, ਇਹਨਾਂ ਨੇ ਇੱਕ ਚੀਜ਼ ਤਾਂ ਦਿਖਾ ਦਿੱਤੀ ਹੈ ਕਿ ਸਾਡੇ 'ਚ ਥੋੜ੍ਹਾ ਦਮ ਹੈਗਾ ਕਿ ਇਹਦੇ 'ਚ ਕੇਂਦਰ ਸਰਕਾਰ ਵੀ ਥੋੜ੍ਹਾ ਬਹੁਤਾ ਭਰੋਸਾ ਕਰ ਸਕਦੀ ਹੈ। ਪਰ ਪਿਛਲਾ ਰਿਕਾਰਡ ਦੇਖਿਆ ਕਿ ਇੰਨੀ ਛੇਤੀ ਹੋਣ ਵਾਲਾ ਨਹੀਂ। ਗੁਰਦੁਆਰਾ ਚੋਣ ਕਮਿਸ਼ਨ ਹੈ ਜਿਹੜਾ ਉਹ ਤਾਂ ਬਣਿਆ ਪਿਆ, ਉਹਨਾਂ ਨੂੰ ਤਾਂ ਪੰਜਾਬ ਸਰਕਾਰ ਨੇ ਪ੍ਰੋਪਰ ਦਫ਼ਤਰ ਵੀ ਦੇ ਦਿੱਤਾ, ਸਟਾਫ ਵੀ ਦੇ ਦਿੱਤਾ। ਉਹ ਤਾਂ ਵੇਟ ਕਰ ਰਿਹਾ ਕਿ ਕੇਂਦਰ ਸਰਕਾਰ ਕਦੋਂ ਅਨਾਊਂਸ ਕਰੇ ਤੇ ਆਪਣਾ ਵੋਟਰ ਸੂਚੀਆਂ ਦੀ ਸੁਧਾਈ ਕਰੀਏ, ਨਵੀਆਂ ਵੋਟਰ ਸੂਚੀਆਂ ਜਿਹੜੀਆਂ ਤਿਆਰ ਕਰੀਏ। SSRO ਨੂੰ ਜਿਹੜਾ ਹੈਗਾ ਉਹਦਾ ਕਮਿਸ਼ਨਰ ਵੀ ਲਗਾ ਦਿੱਤਾ ਹੈਗਾ। ਤਾਂ ਹੁਣ ਤਾਂ ਇੱਕ ਹਰੀ ਝੰਡੀ ਦੀ ਉਡੀਕ ਹੈਗੀ ਹੈ। ਹਰੀ ਝੰਡੀ ਕਦੋਂ ਦੇਣੀ ਹੈ ਸੈਂਟਰ ਨੇ, ਉਹ ਉਹਨਾਂ 'ਤੇ ਡਿਪੈਂਡ ਕਰਦਾ ਹੈਗਾ। ਜਦੋਂ ਉਹਨਾਂ ਨੂੰ ਮਾਹੌਲ ਲੱਗੇਗਾ ਸੁਖਾਵਾਂ ਉਦੋਂ ਹੀ ਕਰਾਉਣਗੇ। ਜੇ ਟਾਈਮ ਸਿਰ ਚੋਣਾਂ ਹੋਣ ਇਹਦੀਆਂ, ਉਹਦੇ ਲਈ ਜ਼ਰੂਰੀ ਇਹੀ ਹੈ ਕਿ ਐਕਟ ਦੇ ਵਿੱਚ ਕੋਈ ਅਮੈਂਡਮੈਂਟ ਹੋਵੇ ਤਾਂ ਕਿ ਟਾਈਮਲੀ ਚੋਣਾਂ ਜਿਹੜੀਆਂ ਉਹ ਯਕੀਨੀ ਬਣਾਈਆਂ ਜਾ ਸਕਣ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਫਿਰ ਗੱਲ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।